ਲੋਕ ਕਹਿੰਦੇ ਰਹੇ ਲੱਤਾਂ ਹੈ ਨਹੀਂ, ਇਹ ਰੋਕੇਗਾ ਕ੍ਰਾਈਮ। ਪਰ ਚੰਡੀਗੜ੍ਹ ਵਾਲੇ ਰਾਮ ਦਿਆਲ ਨੇ ਮਿਹਨਤ ਕੀਤੀ ਤੇ ਮੋਢੇ ਤੇ 3 ਤਾਰੇ ਜੜ ਲਏ ਕਿ ਦੌੜ ਨਹੀਂ ਸਕਦਾ, ਚੋਰਾਂ ਦੇ ਪਿੱਛੇ ਨਹੀਂ ਦੌੜ ਸਕਦਾ, ਇਹਨੂੰ ਇਹ ਪੋਸਟਿੰਗ ਕਿਉਂ ਦਿੱਤੀ। ਤੇ ਬਟ ਆਈ ਸਰਵਡ ਇਨ ਅ ਬੈਟਰ ਵੇ। ਔਰ ਮੇਰੇ ਟਾਈਮ 'ਚ 2 ਸਾਲ ਮੈਂ ਐਸਐਚਓ ਰਿਹਾ, ਬਹੁਤ ਕ੍ਰਾਈਮ ਘੱਟ ਸੀਗਾ ਉੱਥੇ। ਦੈਟਸ ਮਾਈ ਰਿਕਾਰਡ, ਦੈਟਸ ਮਾਈ ਅਚੀਵਮੈਂਟ। ਲੋਕ ਤਾਂ ਇਹ ਵੀ ਕਹਿੰਦੇ ਰਹੇ ਕਿ ਸਰਕਾਰੀ ਪੈਸੇ ਇਸ ਅਫਸਰ ਤੇ ਖਰਾਬ ਕਰਨ ਦਾ ਆਖਰ ਲਾਭ ਕੀ ਹੈ। ਪਰ ਰਾਮ ਦਿਆਲ ਨੇ ਉਹੀ ਪੈਸੇ ਸਮਾਜ 'ਚ ਵੰਡੇ, ਲੋੜਵੰਦ ਬੱਚਿਆਂ ਨੂੰ ਐਜੂਕੇਸ਼ਨ ਦੇ ਰੂਪ ਦੇ ਵਿੱਚ। ਮੈਂ ਤਾਂ ਨੌਕਰੀ ਲੱਗ ਗਿਆ, ਮੈਨੂੰ ਤਾਂ ਤਨਖਾਹ ਮਿਲਦੀ ਆ, ਮੈਂ ਤਾਂ ਜ਼ਿੰਦਗੀ ਜੀ ਸਕਦਾ। ਇਹਨਾਂ ਨੂੰ ਜ਼ਿੰਦਗੀ ਜਿਉਣ ਜੋਗੇ ਬਣਾਉਣਾ ਹੈ ਤਾਂ ਕਿ ਇਹ ਪੂਰੇ ਸਰੀਰ ਨਾਲ ਅਪਾਹਜ ਨਾ ਰਹਿਣ। ਇਹਨਾਂ ਕੋਲ ਤਾਂ ਪੂਰਾ ਸਰੀਰ ਹੈ, ਪਰ ਜੇ ਇਹ ਐਜੂਕੇਸ਼ਨ ਇਹਨਾਂ ਕੋਲ ਹੋਏਗੀ ਨਹੀਂ, ਇਹ ਕੋਈ ਕਰ ਨਹੀਂ ਸਕਣਗੇ, ਇਹ ਅਪਾਹਜ ਤੋਂ ਵੀ ਭੈੜੀ ਜ਼ਿੰਦਗੀ ਜੀਣਗੇ। ਉਹ ਤਾਂ ਜੀਣ ਦੀ ਕੋਸ਼ਿਸ਼ ਕਰਦਾ ਮੈਂ ਜਿੱਦਾਂ ਕਾਇਨਾਤ ਕਰ ਰਹੀ ਹੈ, ਕਿ ਸਾਰਾ ਕੁਝ ਅਸੀਂ ਡਿਸਟਰੋਏ ਕਰੀ ਜਾਂਦੇ ਹਾਂ, ਗੰਦਾ ਕਰੀ ਜਾਂਦੇ ਹਾਂ। ਉਹ ਫਿਰ ਸਾਨੂੰ ਚੰਗਾ ਕਰ ਦੇਈ ਜਾਂਦੀ ਹੈ। ਹਵਾ ਨੂੰ ਅਸੀਂ ਗੰਦਾ ਕਰ ਰਹੇ ਹਾਂ, ਸਾਡੇ ਮੂਹਰੇ ਚੰਗੀ ਹੋ ਕੇ ਆ ਜਾਂਦੀ ਹੈ। ਪਰ ਅੱਜ ਤੱਕ ਇਹ ਐਜੂਕੇਸ਼ਨ ਲਈ ਇਹਨਾਂ ਲੋਕਾਂ ਨੇ ਰੌਲਾ ਨਹੀਂ ਪਾਇਆ, ਕਿਉਂਕਿ ਮਜ਼ਹਬਾਂ 'ਚ ਫਸਾ ਰੱਖਿਆ ਇਹਨਾਂ ਨੂੰ। ਮੈਂ UN ਤੱਕ ਗਿਆ ਐਜੂਕੇਸ਼ਨ ਕਰਕੇ, ਮੈਂ ਪਿੰਡ 'ਚੋਂ ਆਇਆ ਐਜੂਕੇਸ਼ਨ ਕਰਕੇ, ਮੈਂ ਸੋਹਣੇ ਸ਼ਹਿਰ 'ਚ ਰਹਿਣਾ ਐਜੂਕੇਸ਼ਨ ਕਰਕੇ, ਮੈਂ ਆਹ ਗੱਲਾਂ ਕਰ ਰਿਹਾ ਤੁਹਾਡੇ ਨਾਲ ਐਜੂਕੇਸ਼ਨ ਕਰਕੇ। ਤੇ ਇਸ ਕਰਕੇ ਐਜੂਕੇਸ਼ਨ ਨੂੰ ਛੱਡਿਓ ਨਾ, ਇਹਨੂੰ ਭੁੱਲਿਓ ਨਾ। ਜਿਵੇਂ ਕੋਈ ਨਵਾਂ ਕੰਮ ਆ ਗਿਆ ਹੋਵੇ ਤੁਹਾਡੇ ਕੋਲੇ, ਮਰਨ ਤੋਂ ਪਹਿਲਾਂ ਹੀ ਤੁਸੀਂ ਕਰ ਸਕਦੇ ਹੋ, ਉਸ ਤੋਂ ਬਾਅਦ ਹਨੇਰਾ ਹੈ। ਔਰ ਉਸ ਤੋਂ ਬਾਅਦ ਦੇ ਗੱਲਾਂ ਤੇ ਦੁਨੀਆ ਧੋਖੇ ਵੀ ਕਰ ਰਹੀ ਆ। ਇਹ ਮਜ਼ਹਬ ਬਹੁਤ ਧੋਖੇ ਕਰ ਰਹੇ ਨੇ ਇਸ ਮਾਮਲੇ 'ਚ। ਸਤਿ ਸ਼੍ਰੀ ਅਕਾਲ, ਤੁਸੀਂ ਜੁੜ ਚੁੱਕੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਪਵਨਪ੍ਰੀਤ ਕੌਰ। ਹਰ ਬੰਦੇ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਪੜਾਅ ਆਉਂਦਾ ਹੈ ਜਿੱਥੇ ਉਹ ਹਾਰ ਮੰਨ ਲੈਂਦਾ ਹੈ। ਕੋਈ ਚੱਕਰ ਨਹੀਂ ਹਾਰ ਮੰਨੋ, ਪਰ ਜ਼ਰੂਰੀ ਕੀ ਹੈ ਹਾਰ ਮੰਨਣ ਤੋਂ ਬਾਅਦ ਆਪਣੇ ਪੈਰਾਂ ਉੱਤੇ ਖੜੇ ਹੋਣਾ ਤੇ ਦੁੱਗਣੀ ਮਿਹਨਤ ਦੇ ਨਾਲ ਆਪਣੀ ਮੰਜ਼ਿਲ ਵੱਲ ਵਧਣਾ। ਤੇ ਕਈ ਵਾਰ ਪੈਰਾਂ ਤੇ ਖੜੇ ਹੋਣ ਲਈ ਪੈਰਾਂ ਦੀ ਵੀ ਲੋੜ ਨਹੀਂ ਪੈਂਦੀ, ਸਿਰਫ ਹੌਸਲਾ ਚਾਹੀਦਾ ਹੈ। ਸਾਡੇ ਨਾਲ ਅੱਜ ਇੱਕ ਅਜਿਹੀ ਹੀ ਸ਼ਖਸੀਅਤ ਮੌਜੂਦ ਹੈ, ਇੰਸਪੈਕਟਰ ਰਾਮ ਦਿਆਲ ਜੀ। ਸਵਾਗਤ ਹੈ ਸਰ ਤੁਹਾਡਾ। ਥੈਂਕ ਯੂ ਬੇਟੇ, ਥੈਂਕ ਯੂ ਪਵਨ, ਥੈਂਕ ਯੂ ਵੈਰੀ ਮਚ। ਸਰ ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਸੀਂ ਆਪਣੀ ਇਹ ਲੱਤ ਕਿਵੇਂ ਗਵਾਈ, ਕੀ ਹਾਦਸਾ ਕੀ ਹੋਇਆ ਸੀ? ਇਹ ਮੇਰੀਆਂ ਦੋਨੇ ਲੱਤਾਂ ਨਹੀਂ ਹੈਗੀਆਂ, ਇੱਕ ਬਲੋ ਨਹੀਂ ਹੈਗੀ, ਇੱਕ ਅਬਵ ਨਹੀਂ ਹੈਗੀ। ਐਕਸੀਡੈਂਟ ਹੋਇਆ ਸੀ ਮੇਰਾ ਜਰਮਨੀ ਦੇ ਵਿੱਚ, ਵੈਨ ਆਈ ਵਾਸ ਵਰਕਿੰਗ ਇਨ ਯੂਨਾਈਟਿਡ ਨੇਸ਼ਨਸ ਇਨ ਕੋਸੋਵੋ। ਪੀਸ ਕੀਪਿੰਗ ਦੇ ਵਿੱਚ ਮੇਰੀ ਡਿਊਟੀ ਸੀ। ਆਈ ਵਾਸ ਔਨ ਲੀਵ ਔਨ ਦੈਟ ਡੇ ਔਨ 17th of May 2000 ਸੰਨ ਦੀ ਗੱਲ ਹੈ। ਮੈਂ ਟ੍ਰੇਨ ਥੱਲੇ ਆ ਗਿਆ ਸੀ, ਇਹ ਦੋਨੇ ਲੱਤਾਂ ਮੇਰੀਆਂ ਕੱਟ ਹੋ ਗਈਆਂ ਸੀਗੀਆਂ ਤੇ ਹੋਰ ਵੀ ਬੋਡੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ। ਸਰ ਤੁਸੀਂ ਇੱਕ ਮਿਸ਼ਨ ਲੈ ਕੇ ਚੱਲੇ ਹੋ, ਮਿਸ਼ਨ ਕੀ ਹੈ ਉਹਦੇ ਬਾਰੇ ਦੱਸੋ। ਮਿਸ਼ਨ ਅਵੇਅਰਨੈਸ ਇਹਦਾ ਨਾਂ ਹੈਗਾ। ਔਰ ਮੈਂ ਜਦੋਂ ਡਿਸੇਬਲ ਹੋਇਆ ਤੇ ਮੇਰੇ ਬ੍ਰਦਰ ਨੇ ਮੈਨੂੰ ਇੱਕ ਸੇਧ ਦਿੱਤੀ ਸੀ ਕਿ ਤੂੰ ਅਪਾਹਜ ਹੈ, ਅਪਾਹਜ ਬੰਦੇ ਨੂੰ ਆਪਣੀ ਸਾਈਕੋਲੋਜੀਕਲ ਨੀਡਸ ਨੂੰ, ਆਪਣੇ ਆਪ ਨੂੰ ਇੱਕ ਇੰਥੂਜ਼ੀਜ਼ਮ 'ਚ ਲਿਆਉਣ ਲਈ ਦੂਸਰਿਆਂ ਲਈ ਜੀਣਾ ਚਾਹੀਦਾ, ਦੂਸਰੇ ਲੋਕਾਂ ਲਈ ਉਹਨੂੰ ਕੰਮ ਕਰਨਾ ਚਾਹੀਦਾ। ਔਰ ਉਸ ਸਿੱਖ ਨੇ, ਉਹਨਾਂ ਦੀ ਐਡਵਾਈਸ ਨੇ ਪ੍ਰੈਕਟੀਕਲੀ ਉਹਨਾਂ ਨੇ ਕਰਵਾਇਆ। ਪਹਿਲਾਂ ਮੈਨੂੰ ਪਿੰਡ ਲੈ ਕੇ ਗਏ ਔਰ ਪਿੰਡ ਤੋਂ ਬਾਅਦ ਜਿਹੜਾ ਸਾਡੇ ਵਰਗੇ ਬੱਚੇ ਸੀ ਉੱਥੇ ਪਿੰਡ 'ਚ ਬੈਠੇ, ਉਹਨਾਂ ਨੂੰ ਅਸੀਂ ਜੋ ਵੀ ਪ੍ਰੋਵਾਈਡ ਕਰਾ ਸਕੇ। ਉਸ ਤੋਂ ਬਾਅਦ ਇਹ ਹੌਲੀ ਮੇਰੇ ਮਨ 'ਚ ਵੀ ਚੱਲਿਆ, ਕਿਉਂਕਿ ਫਰਸਟ੍ਰੇਸ਼ਨ ਬਹੁਤ ਜ਼ਿਆਦਾ ਸੀ ਮੇਰੇ ਉੱਪਰ। ਜਦੋਂ ਮੈਂ ਇਹ ਲੱਤਾਂ ਆਪਣੀਆਂ ਗਵਾ ਬੈਠਾ ਸੀ, ਮੈਂ ਤੁਰਨਾ ਸਿੱਖ ਰਿਹਾ ਸੀਗਾ ਬੱਚਿਆਂ ਦੀ ਤਰ੍ਹਾਂ ਕਰਚਿਜ਼ ਨਾਲ, ਔਰ ਜੀ ਨਹੀਂ ਸੀ ਕਰਦਾ ਮੇਰਾ ਕੁਛ ਵੀ ਕਰਨ ਨੂੰ, ਕਿਉਂਕਿ ਇੱਕ ਐਥਲੀਟ ਬੰਦਾ ਜਦੋਂ ਅਪਾਹਜ ਹੋ ਜਾਂਦਾ, ਉਹ ਵੀ ਲੱਤਾਂ ਤੋਂ, ਜਿਹਦਾ ਲਾਈਫ ਦੇ ਵਿੱਚ ਲੱਤਾਂ ਦੇ ਦੌੜਿਆ ਹੋਵੇ ਉਹ। ਅਤੇ ਉਸ ਸਿੱਖ ਨੇ, ਉਸ ਐਡਵਾਈਸ ਨੇ ਇਹ ਐਕਟ ਅਪੋਨ ਜਦੋਂ ਕੀਤਾ, ਅਤੇ ਫਿਰ ਕਰਦੇ 22 ਸਾਲ ਹੋ ਗਏ। ਇਹਦਾ ਨਾਂ ਅਵੇਅਰਨੈਸ ਮਿਸ਼ਨ ਹੈ। ਔਰ ਅਵੇਅਰਨੈਸ ਤੋਂ ਮੈਂ ਇਨਰ ਅਵੇਅਰਨੈਸ ਦੀ ਹੀ ਗੱਲ ਕਰੀ ਜਾਂਦਾ, ਸੋਚੀ ਜਾਂਦਾ, ਹਾਊ ਆਈ ਐਮ ਲਰਨਿੰਗ, ਵਟ ਆਈ ਐਮ ਲਰਨਿੰਗ। ਐਂਡ ਇਹ ਮੈਨੂੰ ਸਿਖਾ ਰਿਹਾ, ਮੈਨੂੰ ਬਹੁਤ ਹੌਸਲਾ, ਬਹੁਤ ਆਨੰਦ, ਬਹੁਤ ਜ਼ਿਆਦਾ ਕਰੇਜ ਦੇ ਰਿਹਾ ਇਹ ਮੈਨੂੰ ਮੇਰਾ ਕੰਮ। ਅਤੇ ਕਰਦਾ ਮੈਂ ਐਜੂਕੇਸ਼ਨ ਲਈ ਹਾਂ, ਜਿਸ ਕਰਕੇ ਮੈਂ ਆਇਆ। ਲੋਕ ਕਹਿ ਦਿੰਦੇ ਨੇ ਕਿ ਇਹ ਅਪਾਹਿਜ ਆ, ਤੁਹਾਡੇ ਲਈ ਅਪਾਹਿਜ ਸ਼ਬਦ ਦਾ ਮਤਲਬ ਕੀ ਹੈ? ਅਪਾਹਜ ਹਾਂ, ਸੱਚ ਹੈ, ਮੈਂ ਅਪਾਹਜ ਹਾਂ। ਔਰ ਅਪਾਹਜ ਮੈਨੂੰ ਲੋਕ ਸਮਝਦੇ ਵੀ ਆ, ਕਹਿੰਦੇ ਵੀ ਆ, ਔਰ ਇਹ ਗੱਲ ਸੱਚ ਹੈ।
ਔਰ ਏਸ਼ੀਆ ਦੇ ਵਿੱਚ ਔਰ ਖਾਸ ਕਰ ਸਾਡੇ ਮੁਲਕਾਂ 'ਚ ਅਪਾਹਜ ਦੀ ਇੰਨੀ ਰਿਸਪੈਕਟ ਨਹੀਂ ਹੈ। ਉਹ ਮੈਂ ਵੀ ਫੀਲ ਕਰਦਾ। ਉਹਨਾਂ ਲਈ ਇੰਨੀਆਂ ਸੁਵਿਧਾਵਾਂ ਨਹੀਂ ਹੈ, ਇਹ ਮੈਂ ਵੀ ਫੀਲ ਕਰਦਾ। ਔਰ ਮੈਂ ਆਪਣੇ ਅਪਾਹਜ ਸਾਥੀਆਂ ਨੂੰ ਜਦੋਂ ਦੇਖਦਾ ਤੇ ਮੈਨੂੰ ਬਹੁਤ ਬੁਰਾ ਲੱਗਦਾ ਹੈ। ਅਪਾਹਜ ਆ ਮੈਂ, ਇਹ ਮੈਂ ਪੂਰਾ ਯਕੀਨ ਮੈਨੂੰ ਹੋ ਚੁੱਕਾ। ਔਰ ਅਪਾਹਜ ਦੀਆਂ ਕੀ ਲਿਮਿਟੇਸ਼ਨਸ ਨੇ, ਮੈਂ ਕੀ ਪ੍ਰੋਬਲਮਸ ਨੇ ਮੈਂ ਜਾਣਦਾ, ਅਤੇ ਉਹਨਾਂ ਨੂੰ ਹੰਡਾਉਂਦਾ ਹੈ। ਅਤੇ ਅਪਾਹਜ ਆ ਬਸ। ਲੋਕ ਕਹਿੰਦੇ ਵੀ ਹੋਣਗੇ ਕਿ ਇਹ ਅਪਾਹਜ ਆ, ਇਹਨੂੰ ਪੁਲਿਸ ਦੀ ਨੌਕਰੀ ਦਿੱਤੀ ਹੋਈ ਐ, ਐਵੇਂ ਤਨਖਾਹ ਸਰਕਾਰ ਜਿਹੜੀ ਆ ਆਪਣੀ ਵੇਸਟ ਕਰ ਰਹੀ ਹੈ, ਇਹਦੇ ਕੋਲ ਕਿਹੜਾ ਚੋਰਾ ਪਿੱਛੇ ਭੱਜ ਹੋਣਾ, ਐਦਾਂ ਦੀ ਕੋਈ ਗੱਲ ਕਦੀ ਕੋਈ ਲੋਕ ਕਹਿੰਦੇ ਹੋਣ? ਹਾਂ ਬਿਲਕੁਲ ਬਿਲਕੁਲ। ਮੈਂ ਬੇਸਿਕਲੀ ਜਿਹੜਾ ਇਹ ਕੰਮ ਕਰ ਰਿਹਾ ਐਜੂਕੇਸ਼ਨ 'ਤੇ, ਇਹਦੇ ਵਿੱਚ ਵੀ ਬਹੁਤ ਲੋਕ ਜਾਂ ਜੋ ਵੀ ਤੁਸੀਂ ਜ਼ਿੰਦਗੀ 'ਚ ਕੰਮ ਕਰਦੇ ਹੋ ਪਵਨ, ਉਹਦੇ ਲਈ ਤੁਹਾਨੂੰ ਬਹੁਤ ਲੋਕ ਚੰਗਾ ਮਾੜਾ ਕਹਿੰਦੇ ਨੇ। ਉਹ ਮੇਰੀ ਆਦਤ ਵੀ ਆ ਕਿ ਮੈਂ ਮਾੜੇ ਨੂੰ ਬਹੁਤ ਜਲਦੀ ਚੁੱਕਦਾ ਔਰ ਮਾੜੇ ਨੂੰ ਸਟੱਡੀ ਕਰਦਾ, ਉਹਨੂੰ ਐਨਾਲਾਈਜ਼ ਕਰਦਾ, ਅਤੇ ਫਿਰ ਮੈਨੂੰ ਚੰਗਾ ਜਿਹੜਾ ਕਹਿੰਦੇ ਨੇ ਉਹਦਾ ਫਤੂਰ ਨਹੀਂ ਚੜ੍ਹਦਾ ਮੇਰੇ ਉੱਤੇ, ਮੇਰੇ ਮਨ ਦੇ ਉੱਤੇ ਉਹਦਾ ਇੱਕ ਹੰਕਾਰ ਜਿਹਾ ਨਹੀਂ ਚੜ੍ਹਦਾ। ਅਤੇ ਉਸ ਹੰਕਾਰ ਨੂੰ ਉਸ ਚੜ੍ਹ ਨਾ ਜਾਵੇ, ਉਹਨੂੰ ਉਤਾਰਨ ਲਈ ਮੈਂ ਯੂਜ਼ ਕਰਦਾ। ਜਦੋਂ ਮੈਨੂੰ ਉਹ ਇੱਦਾਂ ਦੀ ਗੱਲ ਕਹਿੰਦੇ ਨੇ ਕਿ ਦੌੜ ਨਹੀਂ ਸਕਦਾ, ਚੋਰਾਂ ਦੇ ਪਿੱਛੇ ਨਹੀਂ ਦੌੜ ਸਕਦਾ, ਇਹਨੂੰ ਇਹ ਪੋਸਟਿੰਗ ਕਿਉਂ ਦਿੱਤੀ, ਪਿੱਛੇ ਮੈਂ SHO ਰਿਹਾ 36 ਥਾਣੇ ਦੇ ਵਿੱਚ, ਅਤੇ ਉਦੋਂ ਇਹ ਮੇਰੇ ਆਲੇ ਦੁਆਲਾ ਜ਼ਰੂਰ ਕਹਿੰਦੇ ਸੀਗੇ ਅਤੇ ਮੇਰੇ ਤੱਕ ਪਹੁੰਚਦਾ ਵੀ ਸੀਗਾ। ਅਤੇ ਬਟ ਆਈ ਸਰਵਡ ਇਨ ਏ ਬੈਟਰ ਵੇ। ਔਰ ਮੇਰੇ ਟਾਈਮ 'ਚ 2 ਸਾਲ ਮੈਂ SHO ਰਿਹਾ, ਬਹੁਤ ਕ੍ਰਾਈਮ ਘੱਟ ਸੀਗਾ ਉੱਥੇ। ਦੈਟਸ ਮਾਈ ਰਿਕਾਰਡ, ਦੈਟਸ ਮਾਈ ਅਚੀਵਮੈਂਟ। ਸਰ, ਜਦੋਂ ਤੁਹਾਡੇ ਨਾਲ ਹਾਦਸਾ ਹੋਇਆ, ਤੁਸੀਂ ਆਪਣੀਆਂ ਲੱਤਾਂ ਗਵਾ ਦਿੱਤੀਆਂ, ਬੰਦਾ ਟੁੱਟ ਜਾਂਦਾ ਜਦੋਂ ਇੱਦਾਂ ਦਾ ਕੁਝ ਵੀ ਹੁੰਦਾ, ਤੁਹਾਡੇ ਲਈ ਉਹ ਕੀ ਚੀਜ਼ ਸੀ ਜਿਹਨੇ ਟੁੱਟਣ ਨਹੀਂ ਦਿੱਤਾ ਤੁਹਾਨੂੰ, ਕਿ ਚੱਲ ਸ਼ੇਰਾ ਅੱਗੇ ਵੀ ਵਧਣਾ ਆ, ਅੱਗੇ ਹੁਣ ਰੁਕਣਾ ਨਹੀਂ? ਭਰਾ ਦਾ ਐਡਵਾਈਸ ਸੀਗਾ, ਔਰ ਮੈਂ ਵੀ ਟੁੱਟਿਆ ਬਹੁਤ ਜ਼ਿਆਦਾ। ਔਰ ਭਰਾ ਨੇ ਮੈਨੂੰ ਕਾਇਮ ਕੀਤਾ, ਹੀ ਇਜ਼ ਐਲਡਰ ਦੈਨ ਮੀ 13 years, ਵੱਡੇ ਨੇ ਮੇਰੇ ਤੋਂ, ਔਰ ਉਹਨਾਂ ਨੇ ਆ ਕੇ ਮੈਨੂੰ ਸੰਭਾਲਿਆ, ਮੈਨੂੰ ਤੁਰਨਾ ਸਿਖਾਇਆ। ਅਤੇ ਇਹ IDA ਲਈ ਉਹ ਪ੍ਰੈਕਟੀਕਲੀ ਗਏ ਪਿੰਡਾਂ 'ਚ ਮੈਨੂੰ ਲੈ ਕੇ। ਫਿਰ ਮੈਨੂੰ ਸਮਝ ਆਇਆ ਕਿ ਇੱਥੇ ਬਹੁਤ ਸਾਰੇ ਰਾਮਦਿਆਲ ਬੈਠੇ ਨੇ, ਮੈਂ ਤਾਂ ਨੌਕਰੀ ਲੱਗ ਗਿਆ, ਮੈਨੂੰ ਤਾਂ ਤਨਖਾਹ ਮਿਲਦੀ ਆ, ਮੈਂ ਤਾਂ ਜ਼ਿੰਦਗੀ ਜੀ ਸਕਦਾ। ਇਹਨਾਂ ਨੂੰ ਜ਼ਿੰਦਗੀ ਜਿਉਣ ਜੋਗੇ ਬਣਾਉਣਾ ਹੈ ਤਾਂ ਕਿ ਇਹ ਪੂਰੇ ਸਰੀਰ ਨਾਲ ਅਪਾਹਜ ਨਾ ਰਹਿਣ। ਇਹਨਾਂ ਕੋਲ ਤਾਂ ਪੂਰਾ ਸਰੀਰ ਹੈ, ਪਰ ਜੇ ਇਹ ਐਜੂਕੇਸ਼ਨ ਇਹਨਾਂ ਕੋਲ ਹੋਏਗੀ ਨਹੀਂ, ਇਹ ਕੋਈ ਕਰ ਨਹੀਂ ਸਕਣਗੇ, ਇਹ ਅਪਾਹਜ ਤੋਂ ਵੀ ਭੈੜੀ ਜ਼ਿੰਦਗੀ ਜੀਣਗੇ। ਮੈਂ ਉਸ ਲਾਈਨ ਨੂੰ ਫੜ ਸਕਿਆ, ਜਿਸ ਲਾਈਨ ਨੂੰ, ਜਿਸ ਪੌੜੀ ਨੂੰ, ਜਿਸ ਰੱਸੇ ਨੂੰ ਫੜ ਕੇ ਮੈਂ ਚੜ੍ਹਿਆ ਸੀਗਾ ਉੱਪਰ, ਉਹ ਐਜੂਕੇਸ਼ਨ। ਮੈਂ ਐਜੂਕੇਸ਼ਨ ਕਰਕੇ ਹੀ ASI ਭਰਤੀ ਹੋਇਆ ਚੰਡੀਗੜ੍ਹ ਪੁਲਿਸ 'ਚ, ਐਜੂਕੇਸ਼ਨ ਕਰਕੇ ਮੈਂ UNO 'ਚ ਸਿਲੈਕਟ ਹੋਇਆ, ਉੱਥੇ ਬਹੁਤ ਸਾਰੇ ਟੈਸਟ ਹੋਏ, ਔਰ ਇਹ ਐਜੂਕੇਸ਼ਨ ਹੀ ਮੈਨੂੰ ਇੱਥੇ ਤੱਕ ਲਿਆਈ। ਚੰਡੀਗੜ੍ਹ ਦਾ ਵਾਸੀ ਆ ਮੈਂ, ਹੁਣ ਚੰਡੀਗੜ੍ਹ 'ਚ ਰਹਿੰਦਾ ਹੈ। ਔਰ ਪਿੰਡ ਦੇ ਵਿੱਚ ਰਹਿਣ ਵਾਲਾ ਬੱਚਾ ਜਿਹਨੂੰ ਕੁਛ ਵੀ ਨਹੀਂ ਸੀ ਪਤਾ, ਜਿਹੜਾ ਗਰੀਬ ਸੀਗਾ, ਜਿਹਨੂੰ 2 ਵੇਲੇ ਦੀ ਰੋਟੀ ਨਾਲ ਵੀ ਲੜਨਾ ਪੈਂਦਾ ਸੀ ਮੈਨੂੰ ਬਚਪਨ 'ਚ, ਅਤੇ ਉਹ ਬੱਚਾ ਐਜੂਕੇਸ਼ਨ ਕਰਕੇ ਹੀ ਇੱਥੇ ਆ ਗਿਆ। ਐਜੂਕੇਸ਼ਨ ਕਰਕੇ ਉਹਦੀ ਜ਼ਿੰਦਗੀ ਜਿਹੜੀ ਆ ਦੁਨੀਆ ਦੀ ਸਭ ਤੋਂ ਵੱਡੀ ਪੰਚਾਇਤ ਤੱਕ ਜਾ ਆਈ, ਉਹਨੇ ਦੇਖ ਲਿਆ। ਅਤੇ ਮੈਨੂੰ ਇਹ ਲੱਗਿਆ ਕਿ ਉੱਥੇ ਪਿੰਡਾਂ ਦੇ ਵਿੱਚ ਗੌਰਮੈਂਟ ਸਕੂਲਾਂ 'ਚ ਹਾਲੇ ਵੀ ਉਹ ਰਾਮਦਿਆਲ ਬੈਠੇ ਨੇ ਜਿਨ੍ਹਾਂ ਨੂੰ ਐਜੂਕੇਸ਼ਨ ਦੀ ਲੋੜ ਆ। ਅਤੇ ਮੈਂ ਆਪ ਹੰਢਾਈ ਹੋਈ ਐਜੂਕੇਸ਼ਨ ਦੀ ਪੌੜੀ ਦੇ ਜਦੋਂ ਉੱਤੇ ਚੜ੍ਹ ਕੇ ਦੇਖਦਾ ਅਤੇ ਉੱਥੇ ਉਹੀ ਹਾਲ ਹੈ, ਅਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਐਜੂਕੇਸ਼ਨ ਦੀ ਸਖਤ ਲੋੜ ਨਹੀਂ ਹੈ ਇਕੱਲੀ, ਉਹਨਾਂ ਨੂੰ ਪੀ ਲੈਣਾ ਚਾਹੀਦਾ ਐਜੂਕੇਸ਼ਨ ਨੂੰ, ਉਹਨਾਂ ਨੂੰ ਗਾ ਲੈਣਾ ਚਾਹੀਦਾ ਐਜੂਕੇਸ਼ਨ ਨੂੰ, ਉਹਨਾਂ ਨੂੰ ਨਹਾਉਣਾ ਚਾਹੀਦਾ ਐਜੂਕੇਸ਼ਨ ਨਾਲ। ਅਤੇ ਐਜੂਕੇਟ ਹੋ ਕੇ ਹੀ ਉਹ ਜੀ ਸਕਦੇ ਆ, ਕਿਉਂਕਿ ਐਜੂਕੇਸ਼ਨ ਹੀ ਹਜ਼ਾਰਾਂ ਸਮੱਸਿਆਵਾਂ ਦਾ ਹੱਲ ਹੈ। ਐਜੂਕੇਸ਼ਨ ਸਾਡੇ ਸਮਾਜ ਨੂੰ ਸੋਹਣਾ ਬਣਾ ਸਕਦੀ ਆ, ਜਿਹੜੀ ਕਿ ਉਹਨਾਂ ਨੂੰ ਨਹੀਂ ਮਿਲ ਰਹੀ। ਉੱਥੇ ਹੀ ਮੈਂ ਕੰਮ ਕਰ ਰਿਹਾ। ਤੁਸੀਂ ਦੱਸਿਆ ਕਿ ਘਰ ਵਿੱਚ ਰੋਟੀ ਦੀ ਵੀ ਤੰਗੀ ਸੀ, ਹੈ ਨਾ, ਅਤੇ ਤੁਸੀਂ ਖੁਦ ਮਿਹਨਤ ਕੀਤੀ, ਪੁਲਿਸ ਦੇ ਵਿੱਚ ਭਰਤੀ ਹੋਏ, ਤੁਹਾਡੇ ਨਾਲ ਇਹ ਹਾਦਸਾ ਹੋਇਆ, ਐ ਨਹੀਂ ਲੱਗਿਆ ਕਿ ਰੱਬਾ ਮੇਰੇ ਨਾਲ ਇੱਦਾਂ ਕਿਉਂ, ਬਿਨਾਂ ਸੰਘਰਸ਼ ਮੈਨੂੰ ਹੀ ਕਿਉਂ ਸ਼ੁਰੂ ਤੋਂ ਕਰਨਾ ਪੈ ਰਿਹਾ? ਇਹ ਫਰਸਟ੍ਰੇਸ਼ਨ ਦੇ ਡਾਇਲੌਗ ਜੇ ਹੈਗੇ ਆ, ਇਹ ਮੇਰੇ 'ਤੇ ਬੀਤੇ ਆ, ਮੈਂ ਆਪਣੇ ਆਪ ਨੂੰ ਕਰਦਾ ਵੀ ਰਿਹਾ, ਪਰ ਨਿਕਲ ਗਿਆ ਇਸ 'ਚੋਂ। ਇਹ ਜਿਹੜਾ ਕੰਮ ਆ ਇਸ ਕਰਕੇ, ਕਿਉਂਕਿ ਕੰਮ ਦੇ ਵਿੱਚੋਂ ਜਦੋਂ ਮੈਂ ਕਰਦਾ 22 ਸਾਲ ਹੋ ਗਏ ਆ, ਲੱਭਦਾ ਜਦੋਂ ਮੈਂ 12 ਸਾਲ ਹੋਏ, 11 ਸਾਲ ਹੋਏ ਕੰਮ ਕਰਦੇ ਨੂੰ, 9 ਸਾਲ ਹੋਏ, ਉਦੋਂ ਇਹ ਮੈਨੂੰ ਅਰਕ ਅੰਮ੍ਰਿਤ ਪੀਂਦੇ ਪੀਂਦੇ ਸਮਝ ਆਇਆ ਕਿ ਜਿਹੜਾ ਵੀ ਬੰਦਾ, ਜਿਹੜਾ ਵੀ ਮਨੁੱਖ, ਜਿਹੜੀ ਵੀ ਰੂਹ, ਜਿਹੜਾ ਵੀ ਵਿਅਕਤੀ
ਕੁੜੀ ਜਾਂ ਮੁੰਡਾ ਕੋਈ ਹੋਵੇ, ਉਹ ਦੂਸਰਿਆਂ ਲਈ ਜਦੋਂ ਜੀਂਦਾ ਹੈ ਤੇ ਉਹ ਬਹੁਤ ਬਾਦਸ਼ਾਹ ਬਣ ਜਾਂਦਾ ਹੈ। ਬਹੁਤ ਆਨੰਦਮਈ ਸੈਂਸ ਨੂੰ, ਫੀਲਿੰਗ ਨੂੰ ਉਹ ਪੀਂਦਾ ਹੈ, ਉਹ ਖਾਂਦਾ ਹੈ, ਉਹਨੂੰ ਵਰਤਦਾ ਹੈ ਅਤੇ ਉਹਦੇ ਵਿੱਚ ਰਹਿੰਦਿਆਂ ਉਹ ਉਸ ਨੂੰ ਬਹੁਤ ਚੰਗਾ ਲੱਗਦਾ ਹੈ। ਜਿਹੜਾ ਵੀ ਮਨੁੱਖ ਦੂਸਰਿਆਂ ਲਈ ਜੀਏਗਾ, ਜਿਹੜੀ ਵੀ ਚੀਜ਼ ਦੂਸਰਿਆਂ ਲਈ ਜੀਂਦੀ ਆ, ਉਹ ਬਹੁਤ ਵਧੀਆ ਹੁੰਦੀ ਆ ਔਰ ਵਧੀਆ ਰਹਿੰਦੀ ਆ ਔਰ ਟਿਕਾਊ ਰਹਿੰਦੀ ਆ। ਉਹ ਇਹ ਮੈਨੂੰ ਸਮਝ ਆ ਰਿਹਾ ਹੋਰ ਅੱਗੇ ਅੱਗੇ ਕਰਕੇ। ਈਵਨ ਹੁਣ ਵੀ ਮੇਰੇ ਕੋਲ ਪੈਸੇ ਨਹੀਂ ਹੁੰਦੇ, ਮੇਰੇ ਕੋਲ ਵਰਥ ਨਹੀਂ ਹੁੰਦੀ, ਅਤੇ ਮੈਂ ਫਿਰ ਵੀ ਸ਼ੁਰੂ ਕਰ ਦਿੰਦਾ। ਅਤੇ ਕਾਇਨਾਤ ਮੇਰੇ ਲਈ, ਮੇਰੇ ਦੋਸਤ, ਮੇਰੇ ਰਿਸ਼ਤੇਦਾਰ, ਮੇਰੇ ਬ੍ਰਦਰ ਖੜ੍ਹੇ ਹੁੰਦੇ ਆ ਜਦੋਂ ਮਿਲਦੇ ਆ, ਤਾਂ ਆਈ ਫੀਲ ਲਾਈਕ ਦੈਟ ਕਿ ਵਾਓ, ਇਟਸ ਦ ਆਲਮਾਈਟੀ who is serving the society in all means, in all ways। ਅਤੇ ਉਹ ਉੱਦਾਂ ਜੀਣ ਦੀ ਕੋਸ਼ਿਸ਼ ਕਰਦਾ ਮੈਂ ਜਿੱਦਾਂ ਕਾਇਨਾਤ ਕਰ ਰਹੀ ਹੈ, ਕਿ ਸਾਰਾ ਕੁਝ ਅਸੀਂ ਡਿਸਟਰੋਏ ਕਰੀ ਜਾਂਦੇ ਹਾਂ, ਗੰਦਾ ਕਰੀ ਜਾਂਦੇ ਹਾਂ, ਉਹ ਫਿਰ ਸਾਨੂੰ ਚੰਗਾ ਕਰ ਦੇਈ ਜਾਂਦੀ ਹੈ। ਹਵਾ ਨੂੰ ਅਸੀਂ ਗੰਦਾ ਕਰ ਰਹੇ ਹਾਂ, ਸਾਡੇ ਮੂਹਰੇ ਚੰਗੀ ਹੋ ਕੇ ਆ ਜਾਂਦੀ ਹੈ। ਦੈਟਸ ਵਾਈ ਵੀ ਆਰ ਲਿਵਿੰਗ। ਹਵਾ ਤੋਂ ਬਿਨਾਂ ਆਪਾਂ ਜੀ ਨਹੀਂ ਸਕਦੇ। ਇੱਦਾਂ ਹੀ ਧਰਤੀ ਆ ਸਾਡੀ, ਇਹ ਜਿਹੜੀ ਲੈਂਡ ਆ, ਇਹਨੂੰ ਅਸੀਂ ਕਿੰਨਾ ਸਪੋਇਲ ਕਰ ਰਹੇ ਹਾਂ, ਕੈਂਸਰ ਪਾਈ ਜਾਂਦੇ ਹਾਂ ਇਹਦੇ ਵਿੱਚ। ਇਹ ਫਿਰ ਠੀਕ ਰਿਫੋਰਮ ਹੋ ਕੇ ਸਾਨੂੰ ਮਿਲਦੀ ਆ। ਸਪੇਸ ਆ, ਸਪੇਸ ਦੇ ਵਿੱਚ ਅਸੀਂ ਕੀ ਨਹੀਂ ਕਰ ਰਹੇ, ਕਿੰਨੇ ਐਟਮ ਚਲਾ ਰਹੇ ਹਾਂ। ਅੱਜ ਦਾ ਦੁਨੀਆ ਨੇ ਕਿੰਨੇ ਐਟਮ ਬਣਾ ਲਏ ਨੇ। ਉਹ ਐਟਮ ਬਰਦਾਸ਼ਤ ਕਰਕੇ ਵੀ ਫਿਰ ਹੀਰੋਸ਼ੀਮਾ ਨਾਗਾਸਾਕੀ ਵਾਂਗੂ ਰਿਫੋਰਮ ਹੋ ਜਾਂਦੀ ਆ। ਇਹਦੀ ਗੱਲ ਕਰੀਏ ਤਾਂ ਮੇਰਾ ਖਿਆਲ ਆ, ਮੇਰਾ ਖਿਆਲ ਹੁਣ ਬਣਦਾ ਜਾ ਰਿਹਾ ਕਿ ਇਹ ਕਾਇਨਾਤ ਇਸ ਕਰਕੇ ਕਰੋੜਾਂ ਸਾਲਾਂ ਤੋਂ ਟਿਕੀ ਹੋਈ ਆ, ਕਿਉਂਕਿ ਦੇਈ ਜਾ ਰਹੀ ਆ। ਇੱਕ ਤਿਲ ਨਹੀਂ ਭੰਨੇ ਘਾਲੇ ਵਾਲੀ ਗੱਲ ਬਾਬੇ ਨਾਨਕ ਦੀ ਜਿਹੜੀ ਹੈ ਨਾ, ਇੱਕ ਤਿਲ ਨਾ ਸਮਾਏ। ਅਤੇ ਜਦੋਂ ਇਹ ਲੈਂਦੀ ਨਹੀਂ, ਤਿਲ ਜਿੰਨਾ ਕੁਛ ਵੀ ਨਹੀਂ ਲੈਂਦੀ, ਦੇਈ ਜਾਂਦੀ ਹੈ। ਇਸ ਕਰਕੇ ਇਹ ਜਿੰਦਾ ਆ, ਇਸ ਕਰਕੇ ਇਹ ਸਦੀਵੀ ਆ, ਇਸ ਕਰਕੇ ਇਹ ਵਸੀ ਹੋਈ ਆ, ਇਸ ਕਰਕੇ ਉੱਜੜ ਨਹੀਂ ਰਹੀ। ਅਤੇ ਇਸ ਦੀ ਕਾਪੀ ਜੋ ਵੀ ਕਰੇਗਾ ਮਸਤ ਰਹੇਗਾ, ਮੌਜਾਂ ਲਏਗਾ। ਬਿਲਕੁਲ ਇਹ ਲਾਈਵ ਦੀ ਉਦਾਹਰਨ ਹੈ ਨਾ। ਅਤੇ ਤੁਸੀਂ ਇੱਕ ਚੀਜ਼ ਹੈ ਕਿ ਸਰਕਾਰ ਪੋਲਿਸੀਜ਼ ਲਿਆਉਂਦੀ ਹੈ, ਐਜੂਕੇਸ਼ਨਲ ਪੋਲਿਸੀਜ਼, ਆਰਗੇਨਾਈਜੇਸ਼ਨਸ ਬਣੀਆਂ ਸੰਸਥਾਵਾਂ ਨੇ, ਹੈ ਨਾ। ਅਤੇ ਇੰਨੀਆਂ ਪੋਲਿਸੀਜ਼ ਦੇ ਬਾਅਦ ਵੀ ਬੱਚੇ ਜਿਹੜੇ ਆ ਐਜੂਕੇਸ਼ਨ ਤੋਂ ਵਾਂਝੇ ਰਹਿ ਰਹੇ ਨੇ। ਬਿਲਕੁਲ 82% ਬੱਚੇ ਫਸਟ ਕਲਾਸ ਤੋਂ, ਮਤਲਬ ਪਹਿਲੀ ਤੋਂ ਲੈ ਕੇ +2 ਤੱਕ ਗੌਰਮੈਂਟ ਸਕੂਲਾਂ ਦੇ ਬੱਚਿਆਂ ਦੀ ਮੈਂ ਗੱਲ ਕਰ ਰਿਹਾ, ਡਰੋਪ ਆਊਟ ਹੋ ਜਾਂਦੇ ਨੇ। ਡਰੋਪ ਆਊਟ ਜਿਹੜੇ ਕਿਤੇ ਨਹੀਂ ਜਾਂਦੇ ਕਾਲਜ, ਕਿਤੇ ਨਹੀਂ ਜਾਂਦੇ ਸਕੂਲਾਂ 'ਚ, ਕਿਤੇ ਵੀ ਉਹ ਮੁੜ ਕੇ ਐਜੂਕੇਸ਼ਨ ਵੱਲ ਉਹ ਆਉਂਦੇ ਨਹੀਂ ਹੈ। ਇਹ ਆ ਮੇਰੇ ਸਮਾਜ ਪੰਜਾਬ ਦਾ ਹਾਲ। ਸਿਰਫ 12 ਤੋਂ 16% ਬੱਚੇ ਹੀ ਕਾਲਜਾਂ 'ਚ ਜਾਂਦੇ ਆ, ਔਰ ਕਾਲਜਾਂ ਦਾ ਡਰੋਪ ਆਊਟ ਰੇਟ ਵੀ ਬਹੁਤ ਹਾਈ ਆ। ਕਾਲਜਾਂ ਤੋਂ ਬਾਅਦ ਯੂਨੀਵਰਸਿਟੀਆਂ ਮਤਲਬ ਆਉਂਦੀਆਂ ਨੇ, ਯੂਨੀਵਰਸਿਟੀਆਂ ਤੋਂ ਬਾਅਦ ਹੀ ਜਿਹੜਾ ਹੈਗਾ ਬੰਦੇ ਨੂੰ ਅਕਲ ਆਉਂਦੀ ਆ ਕਿ ਮੈਂ ਕੀ ਪੜ੍ਹਿਆ। ਜਦੋਂ ਉਹ ਖੁਦ ਆਪਣਾ ਕੋਈ ਕਿਤਾਬ ਲਿਖਦਾ ਹੈ, ਜਦੋਂ ਉਹ ਖੁਦ ਦਾ ਕੋਈ ਰਿਸਰਚ ਕਰਕੇ ਕੁਛ ਗੱਲ ਕਰਦਾ ਹੈ, ਸਮਾਜ ਨੂੰ ਦੱਸਣ ਵਾਲੀ, ਸਮਝਾਉਣ ਵਾਲੀ, ਆਪ ਜਦੋਂ ਸਿਰਜਦਾ ਹੈ, ਉਹ PhD ਜਦੋਂ ਕਰਦਾ ਹੈ, ਅਤੇ ਫਿਰ ਉਹਨੂੰ ਸਮਝ ਆਉਂਦੀ ਆ ਕਿ ਕਿਹੜੀਆਂ ਕਿਤਾਬਾਂ ਚੰਗੀਆਂ ਨੇ ਧਰਤੀ 'ਤੇ, ਕਿਹੜੀਆਂ ਕਿਤਾਬਾਂ ਮਾੜੀਆਂ ਨੇ। ਉਹਨੂੰ ਸੈਗਰੀਗੇਸ਼ਨ ਕਰਨਾ ਆ ਜਾਂਦਾ ਹੈ। ਉਸ ਲੈਵਲ ਤੱਕ ਇਹ ਫਿਊ ਲੋਕ ਜਾਂਦੇ ਨੇ ਸਮਾਜ ਦੇ, ਮੇਰੇ ਪੰਜਾਬ ਦੇ ਸਪੈਸ਼ਲੀ। ਔਰ ਇਹ ਬੜੀ ਤਰਾਸਦੀ ਆ ਜਿਹੜੀ ਤੁਸੀਂ ਗੱਲ ਕਰ ਰਹੇ ਹੋ। ਸਮਾਜ ਤਾਂ ਹੀ ਸੋਹਣਾ ਹੋ ਸਕਦਾ ਹੈ, ਸਮਾਜ ਤਾਂ ਹੀ ਵਧੀਆ ਹੋ ਸਕਦਾ ਹੈ ਜਦੋਂ ਅਸੀਂ ਉਹਨੂੰ ਪੂਰੀ ਤਰ੍ਹਾਂ ਐਜੂਕੇਟ ਕਰ ਦਾਂਗੇ, ਜਦੋਂ ਉਹ ਬਾਹਰਲੀ ਐਜੂਕੇਸ਼ਨ ਲੈਣ ਤੋਂ ਬਾਅਦ ਅੰਦਰਲੀ ਐਜੂਕੇਸ਼ਨ ਵੱਲ ਜਾਏਗਾ। ਨਾਨਕ ਹੁਣਾਂ ਦੀਆਂ, ਬਾਬੇ ਦੀਆਂ ਗੱਲਾਂ ਸੁਣੇਗਾ, ਬੁੱਧ ਦੀਆਂ ਗੱਲਾਂ ਸੁਣੇਗਾ, ਬੁੱਧ ਦੀਆਂ ਗੱਲਾਂ ਨੂੰ ਖੁਦ ਐਨਾਲਾਈਜ਼ ਕਰੇਗਾ। ਕਿਉਂ? ਪਹਿਲਾਂ ਉਹ ਐਨਾਲਾਈਜ਼ ਕਰਨ ਜੋਗਾ ਹੋ ਤਾਂ ਲਵੇ। ਉਹਨੇ ਹੋਣਾ ਜਦੋਂ ਉਹਨੇ ਇਸ ਲੈਵਲ ਤੱਕ ਪੜ੍ਹ ਲੈਣਾ। ਇਹ ਚੌਥੀ ਮੰਜ਼ਿਲ ਹੈ ਪੜ੍ਹਾਈ ਦੀ। ਉਸ ਲੈਵਲ ਤੱਕ ਜਦੋਂ ਸਾਡਾ ਸਮਾਜ ਪੜ੍ਹ ਲੈਂਦਾ ਹੈ, ਅਤੇ ਸਾਡੇ ਗੁਰੂਆਂ ਨੂੰ ਕਿੰਨੀਆਂ ਭਾਸ਼ਾਵਾਂ ਆਉਂਦੀਆਂ ਸੀ, ਕਿੰਨੇ ਉਹ ਪੜ੍ਹੇ ਸੀ, ਕਿੰਨਾ ਉਹ ਪ੍ਰੈਕਟੀਕਲ ਸੀਗੇ ਲਾਈਫ ਲਈ। ਇਹ ਸਾਰਾ ਐਜੂਕੇਸ਼ਨ ਤੋਂ ਬਾਅਦ ਹੀ ਆਉਂਦਾ ਹੈ। ਅਤੇ ਉਸ ਕਰਕੇ ਬਹੁਤ ਵੱਡੀ ਤਰਾਸਦੀ ਪੰਜਾਬ ਨਾਲ ਹੋ ਰਹੀ ਆ, ਜਿੱਥੇ RTE ਐਕਟ ਬਣਿਆ, ਕਾਨੂੰਨ ਬਣਿਆ, ਜਿਹੜਾ ਕਿ ਬੰਦੇ ਦਾ ਮੋਰਲ ਰਾਈਟ ਵਿੱਚ ਪਾਇਆ ਗਿਆ, ਉਹਦਾ ਜਨਮ ਸਿੱਧ ਅਧਿਕਾਰ ਬਣਾਇਆ ਗਿਆ, ਉਹ ਵੀ ਲਾਗੂ ਨਹੀਂ ਹੋਇਆ ਹਾਲੇ ਤੱਕ। ਸੋ ਵਟ ਵੀ ਕੈਨ ਐਕਸਪੈਕਟ ਫਰੋਮ ਦ ਗਵਰਨਮੈਂਟਸ। ਬਟ ਲੋਕਾਂ ਨੂੰ ਜਾਗਣਾ ਪਏਗਾ। ਐਜੂਕੇਸ਼ਨ ਦੀ ਪ੍ਰਤੀ ਉਹਨਾਂ ਨੂੰ
ਇੱਕ ਤਰ੍ਹਾਂ ਦੀ ਆਪਣੀ ਭੁੱਖ ਦਿਖਾਉਣੀ ਪਏਗੀ ਜਦੋਂ ਤੱਕ ਸਮਾਜ ਦੇ ਵਿੱਚ ਇਹ ਜਾਗਰਤੀ, ਇਹ ਅਵੇਅਰਨੈਸ ਅੱਗ ਨਹੀਂ ਬਲਦੀ, ਭਾਂਬੜ ਦੀ ਤਰ੍ਹਾਂ ਨਹੀਂ ਧੁਖਦੀ ਬਲਦੀ, ਮੱਚਦੀ ਨਹੀਂ ਜਦੋਂ ਤੱਕ, ਉਦੋਂ ਤੱਕ ਇਦਾਂ ਹੀ ਕਰਨਗੀਆਂ ਸਰਕਾਰਾਂ, ਕਿਉਂਕਿ ਲੋਕ ਕਰਦੇ ਹੁੰਦੇ ਆ ਕੰਮ। ਸਰਕਾਰਾਂ ਤਾਂ ਲੋਕਾਂ ਦੇ ਪਿੱਛੇ ਚੱਲਦੀਆਂ, ਸਰਕਾਰਾਂ ਤਾਂ ਲੋਕਾਂ ਦਾ ਵਿਊ ਨੂੰ ਫੋਲੋ ਕਰਦੀਆਂ। ਜਦੋਂ ਪਬਲਿਕ ਵਿਊ ਬਣ ਜਾਂਦਾ ਹੈ ਤਾਂ ਸਰਕਾਰਾਂ 'ਤੇ ਪ੍ਰੈਸ਼ਰ ਆ ਜਾਂਦਾ। ਅਦਰਵਾਈਜ਼ ਲੋਕਾਂ ਨੂੰ ਜਾਣਨਾ ਪਏਗਾ, ਲੋਕਾਂ ਨੂੰ ਕਹਿਣਾ ਪਏਗਾ, ਲੋਕਾਂ ਨੂੰ ਰੌਲਾ ਪਾਉਣਾ ਪਏਗਾ ਇਕੱਠੇ ਹੋ ਕੇ ਕਿ ਸਾਨੂੰ ਅਤੇ ਸਾਡੇ ਬੱਚਿਆਂ ਨੂੰ, ਸਾਡੀਆਂ ਕਮਿੰਗ ਜਨਰੇਸ਼ਨ ਨੂੰ ਪੜ੍ਹਾਓ, ਐਜੂਕੇਸ਼ਨ ਦਿਓ, ਕੰਮ ਦੀ ਚੀਜ਼ ਦੱਸੋ, ਤਾਂ ਕਿ ਅਸੀਂ ਬਚ ਸਕੀਏ ਇਹਨਾਂ ਮਾੜੇ ਹਾਲਾਤਾਂ ਤੋਂ, ਆਉਣ ਵਾਲੀਆਂ ਮਾੜੀਆਂ ਲਿਆਮਤ ਕਹਿੰਦੇ ਨਾ ਕਿ ਉਹ ਲੱਗ ਜਾਂਦੀ ਹੈ ਬੰਦੇ ਨੂੰ, ਇਲਾਮ ਕੀ ਕਹਿੰਦੇ ਆ ਉਹਨੂੰ ਐਗਜ਼ੈਕਟ, ਨਿਆਮਤ ਤਾਂ ਹੁੰਦੀ ਨਾ ਵਰਦਾਨ, ਅਤੇ ਅਲਾਮਤ ਨਾ ਲੱਗ ਜਾਏ, ਉਹਨਾਂ ਤੋਂ ਬਚਣ ਲਈ ਸਾਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਬਿਲਕੁਲ ਸਰ, ਪਰ ਜਿਵੇਂ ਤੁਸੀਂ ਕਹਿ ਰਹੇ ਕਿ ਲੋਕਾਂ ਨੂੰ ਜਾਗਰੂਕ ਹੋਣਾ ਪੈਣਾ, ਪਰ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਜ਼ਿਆਦਾਤਰ ਬੱਚੇ ਐਜੂਕੇਸ਼ਨ ਲਈ ਬਾਹਰ ਜਾ ਰਹੇ ਨੇ, ਪਰ ਔਰ ਤੁਹਾਡੇ ਨਾਲ ਵੀ ਜਿੰਨੇ ਬੱਚੇ ਜੁੜੇ ਨੇ ਮੋਸਟਲੀ ਪ੍ਰਵਾਸੀ ਨੇ। ਹਾਂ ਬਿਲਕੁਲ, ਪੰਜਾਬੀ ਜਿਹੜੇ ਹੈਗੇ ਨੇ ਬੜੇ ਐਂਬੀਸ਼ੀਅਸ ਨੇ। ਪੰਜਾਬ ਇੱਕ ਇੱਦਾਂ ਦਾ ਇਲਾਕਾ ਹੈ, ਇਹ ਪੰਜਾਬ ਜਿਹੜੀ ਛੋਟੀ ਜਿਹੀ ਪੰਜਾਬੜੀ ਹੈ, ਇਹ ਪੰਜਾਬ ਨਹੀਂ ਹੈ, ਵੱਡਾ ਪੰਜਾਬ ਹੈ। ਇੱਕ ਇਲਾਕਾ ਆ ਜਿਹੜਾ ਉਹ ਅਫਗਾਨਿਸਤਾਨ ਤੋਂ ਸ਼ੁਰੂ ਹੋ ਜਾਂਦਾ ਹੈ, ਇਹ ਪਰੇ ਯੂਪੀ ਔਰ ਮੱਧ ਪ੍ਰਦੇਸ਼ ਨੂੰ ਜਾ ਲੱਗਦਾ। ਇਹ ਇਲਾਕਾ ਐਂਬੀਸ਼ੀਅਸ ਆ, ਇਹ ਲੋਕ ਐਂਬੀਸ਼ੀਅਸ ਨੇ, ਇਹ ਤਾਂ ਲੱਭਦੇ ਨੇ, ਇਹਨਾਂ ਨੂੰ ਲੱਭਣਾ ਆਉਂਦਾ ਹੈ। ਇਹ ਤਾਂ ਜਿੱਥੇ ਵੀ ਕੋਈ ਚੰਗੀ ਚੀਜ਼ ਹੁੰਦੀ ਆ ਉੱਧਰ ਨੂੰ ਭੱਜ ਜਾਂਦੇ ਨੇ। ਜਿਹੜੇ ਗੋਰਿਆਂ ਤੋਂ ਖਹਿੜਾ ਛਡਾਇਆ, ਹੁਣ ਉਹਨਾਂ ਗੋਰਿਆਂ ਦੇ ਹੀ ਪੱਲੇ ਪਏ ਨੇ, ਕਿਉਂਕਿ ਉਹਨਾਂ ਨੇ ਚੰਗਾ ਕੋਈ ਸਿਸਟਮ ਬਣਾ ਲਿਆ ਨਾ, ਸਾਡੇ ਕੋਲ ਸਿਸਟਮ ਨਹੀਂ ਬਣ ਸਕਿਆ। ਸੋ ਐਨੀ ਹਾਓ ਇਹ ਐਂਬੀਸ਼ੀਅਸ ਲੋਕ ਨੇ। ਮੈਨੂੰ ਵੀ ਐਕਸਪੈਕਟੇਸ਼ਨ ਹੈ ਕਿ ਲੱਭਣਗੇ, ਐਜੂਕੇਸ਼ਨ ਲਈ ਰੌਲਾ ਪਾਉਣਗੇ, ਪਰ ਅੱਜ ਤੱਕ ਇਹ ਐਜੂਕੇਸ਼ਨ ਲਈ ਇਹਨਾਂ ਲੋਕਾਂ ਨੇ ਰੌਲਾ ਨਹੀਂ ਪਾਇਆ, ਕਿਉਂਕਿ ਮਜ਼੍ਹਬਾਂ 'ਚ ਫਸਾ ਰੱਖਿਆ ਇਹਨਾਂ ਨੂੰ, ਕਿਉਂਕਿ ਇਹਨਾਂ ਨੂੰ ਬਿਮਾਰੀ ਹੋਰ ਲਾ ਦਿੱਤੀ ਮਜ਼੍ਹਬਾਂ ਦੀ। ਔਰ ਮਜ਼੍ਹਬ ਇਸ ਧਰਤੀ 'ਤੇ ਲੜਦੇ ਰਹੇ ਨੇ, ਆਪਸ 'ਚ ਲੜਾਈਆਂ ਹੁੰਦੀਆਂ ਰਹੀਆਂ ਨੇ ਮਜ਼੍ਹਬਾਂ ਦੀਆਂ, ਅਤੇ ਮਜ਼੍ਹਬਾਂ ਤੋਂ ਬਾਹਰ ਨਿਕਲਣਗੇ ਜਿਸ ਦਿਨ ਐਜੂਕੇਸ਼ਨ ਦੀ ਗੱਲ ਕਰਨਗੇ ਔਰ ਐਜੂਕੇਸ਼ਨ ਨੂੰ ਲੱਭ ਲੈਣਗੇ, ਕਿਉਂਕਿ ਇਹ ਲੋਕ ਜੁਝਾਰੂ ਲੋਕ ਨੇ, ਐਂਬੀਸ਼ੀਅਸ ਲੋਕ ਨੇ। ਔਰ ਆਈ ਐਕਸਪੈਕਟ ਵੈਰੀ ਪੋਜ਼ੀਟਿਵ ਕਿ ਮੈਂ ਦੁਨੀਆ ਬਹੁਤ ਸਾਰੇ ਚੰਗੇ ਲੋਕ ਰੌਲਾ ਪਾਉਂਦੇ ਨੇ ਐਜੂਕੇਸ਼ਨ ਲਈ, ਇਹ ਰੌਲਾ ਵੱਧ ਜਾਏਗਾ। ਇਟ ਵਿਲ ਹੈਪਨ। ਤੁਸੀਂ ਵੀ ਹੁਸ਼ਿਆਰਪੁਰ ਤੋਂ ਹੋ, ਹੈ ਨਾ? ਹੁਸ਼ਿਆਰਪੁਰ ਪੜ੍ਹੇ ਲਿਖਿਆਂ ਦਾ ਇਲਾਕਾ ਮੰਨਿਆ ਜਾਂਦਾ, ਤੁਸੀਂ ਉਹੀ ਰੋਸ਼ਨੀ ਪੂਰੇ ਪੰਜਾਬ 'ਚ ਫੈਲਾ ਰਹੇ ਹੋ ਜੀ। ਹੁਸ਼ਿਆਰਪੁਰ ਪੜ੍ਹਿਆਂ ਲਿਖਿਆਂ ਦਾ ਇਲਾਕਾ ਪਹਿਲਾਂ ਮੰਨਿਆ ਜਾਂਦਾ ਸੀ। ਸਾਡੇ IAS IPS ਹੁਸ਼ਿਆਰਪੁਰ ਦੇ ਬਹੁਤ ਹੁੰਦੇ ਸੀ। ਲਿਟਰੇਸੀ ਰੇਟ ਪੰਜਾਬ 'ਚੋਂ ਇਸ ਵੇਲੇ ਵੀ ਹਾਈ ਹੋਏਗਾ, ਬਟ ਇਸ ਵੇਲੇ IPS IAS ਸਿਵਲ ਸਰਵੈਂਟ ਪੜ੍ਹੇ ਲਿਖੇ ਲੋਕ ਬਿਹਾਰ ਤੋਂ ਆਉਂਦੇ ਨੇ, ਅਸੀਂ ਪਿੱਛੇ ਰਹਿ ਗਏ ਹਾਂ। ਹੁਸ਼ਿਆਰਪੁਰ ਦੀ ਗੱਲ ਨਾ ਕਰਕੇ ਦੁਆਬੇ ਦੀ ਗੱਲ ਕਰੀਏ, ਦੁਆਬੇ ਦੇ ਵਿੱਚ ਕੋਈ ਜ਼ਿਆਦਾ ਵੱਡੀ ਖੇਤੀ ਨਹੀਂ ਸੀ, ਦੁਆਬੇ ਦੇ ਵਿੱਚ ਜ਼ਿਆਦਾ ਵੱਡਾ ਕੋਈ ਇੰਡਸਟਰੀ ਨਹੀਂ ਸੀ, ਅਤੇ ਲੋਕ ਪੜ੍ਹਾਈ ਦੇ ਮਾਧਿਅਮ ਹੀ ਅਪਣਾ ਕੇ ਉੱਪਰ ਆਉਂਦੇ ਸੀ। ਉਹ ਚਾਹੇ ਦੁਨੀਆ ਨੂੰ ਲੱਭਣ ਗਏ, ਚਾਹੇ ਉਹ ਇੰਡੀਆ 'ਚ ਰਹਿ ਕੇ ਉਹਨਾਂ ਨੇ ਕੀਤਾ ਕੁਛ, ਉਹ ਐਜੂਕੇਸ਼ਨ ਦੇ ਸਿਰ 'ਤੇ ਕੀਤਾ, ਅਤੇ ਐਜੂਕੇਸ਼ਨ ਅਵੇਅਰਨੈਸ, ਇਨਰ ਅਵੇਅਰਨੈਸ ਕਰਕੇ ਉੱਥੇ ਫੋਰਨ 'ਚ ਉਹ ਗਏ। ਪਰ ਇਸ ਵੇਲੇ ਜੋ ਹਾਲ ਆ ਪੂਰੇ ਪੰਜਾਬ ਦਾ, ਹੁਸ਼ਿਆਰਪੁਰ ਵੀ ਵਿੱਚ ਹੀ ਆ ਇਸ ਵੇਲੇ, ਮੈਂ ਨਾ ਤਾਂ ਹੁਸ਼ਿਆਰਪੁਰ ਦੇ ਵਿੱਚ ਉਨਾ ਉਹ ਚੀਜ਼ ਹੈ ਐਜੂਕੇਸ਼ਨ ਲਈ। ਹਾਂ, ਹੁਸ਼ਿਆਰਪੁਰ ਦੇ ਲੋਕ ਹੁਣ ਵੀ ਬਾਹਰ ਲੱਭਣ ਜ਼ਰੂਰ ਜਾਂਦੇ ਨੇ। ਹੁਣ ਤਾਂ ਇੱਕ ਨਵਾਂ ਪਲੇਟਫਾਰਮ ਖੁੱਲ੍ਹਿਆ, ਕਿਉਂਕਿ ਪਹਿਲਾਂ ਲੋਕ ਜਾਂਦੇ ਸੀ ਫੋਰਨ ਦੇ ਵਿੱਚ ਦੁਆਬੇ 'ਚੋਂ ਇੱਧਰ ਉੱਧਰ ਹੋ ਕੇ, ਹੋਰ ਰੀਜ਼ਨਾਂ ਦੇ ਨਾਲ, ਰਿਲੇਸ਼ਨਸ ਦੇ ਨਾਲ। ਹੁਣ ਜਾਂਦੇ ਆ ਲੋਕ ਪੜ੍ਹਨ ਲਈ, ਅਤੇ ਹੁਣ ਪੜ੍ਹਾਈ ਲਈ ਪਹਿਲੀ ਵਾਰੀ ਖੁੱਲ੍ਹਿਆ ਇਹ ਪਿਛਲੇ 10-15 ਸਾਲ ਤੋਂ, ਅਤੇ ਜਾਣਗੇ ਲੋਕ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਜਿੰਨੀ ਵੀ ਕਿਰਤ ਕਰਾਂਗੇ ਉੱਥੇ ਪੜ੍ਹਨ ਤੋਂ ਬਾਅਦ ਜਾਂ ਪੜ੍ਹਨ ਦੇ ਨਾਲ ਨਾਲ, ਉਹ ਕਿਰਤ ਦਾ ਮੁੱਲ ਆ ਉੱਥੇ ਜਾਤੀਵਾਦ ਨਹੀਂ ਆ, ਉੱਥੇ ਮਜ਼੍ਹਬਾਂ ਦੀ ਲੜਾਈ ਘੱਟ ਹੈ, ਉੱਥੇ ਬੰਦੇ ਨੂੰ ਸਿੱਧਾ ਪਛਾਣਦੇ ਨੇ, ਉੱਥੇ ਹਿਊਮਨ ਦੀ ਵੈਲਿਊ ਆ, ਹਿਊਮਨ ਦੀ ਸਿਕਿਉਰਿਟੀ ਆ, ਅਤੇ ਹਰ ਕੋਈ ਬੰਦਾ ਸੇਫ ਹੋਣਾ ਚਾਹੁੰਦਾ ਹੈ, ਹਰ ਕੋਈ ਬੰਦਾ ਸੇਫ ਪਲੇਸ 'ਤੇ ਰਹਿਣਾ ਚਾਹੁੰਦਾ ਹੈ। ਅਤੇ ਜਦੋਂ ਦਾ ਸਮਾਜ ਹੋਏਗਾ, ਉੱਦਾਂ ਦੇ ਲੋਕ ਇੱਥੋਂ ਉਹ ਜਾ ਕੇ ਬਣ ਜਾਂਦੇ ਨੇ ਉੱਥੇ ਦੇ ਸਮਾਜ ਦੀ ਤਰ੍ਹਾਂ। ਦੇ ਲਿਵਿੰਗ ਵੈਰੀ ਹੈਪੀ ਲਾਈਫ, ਆਈ ਹੋਪ ਸੋ।
ਬਾਕੀ ਮੈਂ ਬਾਹਰ ਨਹੀਂ ਜਾਣਾ ਚਾਹੁੰਦਾ, ਮੈਂ ਬਾਹਰ ਹੋ ਕੇ ਆਇਆ, ਉਹਨਾਂ ਦੇਸ਼ਾਂ 'ਚ ਨੌਕਰੀ ਕਰਕੇ ਆਇਆ, ਅਤੇ ਮੈਂ ਚਾਹੁੰਦਾ ਜਿੱਥੇ ਲੋੜ ਆ, ਜਿੱਥੇ ਮੈਨੂੰ ਆਪ ਜਾਣਾ ਚਾਹੀਦਾ, ਉਹਨਾਂ ਨੂੰ ਮੋਟੀਵੇਟ ਕਰਨਾ ਚਾਹੀਦਾ, ਉਹ ਮੈਂ ਕਰ ਰਿਹਾ। ਇੱਕ ਨਾ ਮੈਂ ਤੁਹਾਡੇ ਨਾਲ ਗੱਲ ਇਹ ਪੁੱਛਣੀ ਸੀ ਕਿ ਜਿਵੇਂ ਮੈਂ ਛੋਟੀ ਸੀ ਜਦੋਂ, ਮੈਂ ਪੁਲਿਸ ਵਾਲਿਆਂ ਤੋਂ ਬਹੁਤ ਡਰਦੀ ਸੀ, ਪਰ ਇੱਥੇ ਮੈਂ ਬੱਚੇ ਦੇਖੇ ਤੁਹਾਡੇ ਨਾਲ ਬਹੁਤ ਕੰਫਰਟੇਬਲ ਸੀ। ਹਾਂ, ਇਹ ਤਾਂ ਇੱਕ ਤਰਾਸਦੀ ਵੀ ਆ, ਔਰ ਸਾਨੂੰ ਸਾਡੇ ਲਾਅ ਨੇ ਵੀ ਜਾਂ ਸਾਡੇ ਸਮਾਜ ਨੇ ਇੱਦਾਂ ਦਾ ਹੀ ਰੱਖਿਆ, ਜਦ ਕਿ ਪੂਰੀ ਦੁਨੀਆ 'ਚ ਇਹ ਗੱਲ ਹੈਗੀ ਹੈ। ਪੂਰੀ ਦੁਨੀਆ 'ਚ ਪੁਲਿਸ ਨੂੰ ਲੋਕ ਅਵੋਇਡ ਹੀ ਕਰਦੇ ਆ। ਮੈਂ UNO 'ਚ ਵੀ ਨੌਕਰੀ ਕਰਕੇ ਆਇਆ। ਪੁਲਿਸ ਇੱਕ ਇੱਦਾਂ ਦਾ ਅਦਾਰਾ ਆ, ਇੱਕ ਇੱਦਾਂ ਦਾ ਆਰਗੇਨਾਈਜੇਸ਼ਨ ਆ ਜਿਹੜਾ ਤੁਹਾਨੂੰ ਡਾਇਰੈਕਟ ਮਾਂ-ਬਾਪ ਦੀ ਤਰ੍ਹਾਂ ਫੜੇਗਾ ਜਦੋਂ ਤੁਸੀਂ ਗਲਤੀ ਕਰੋਗੇ। ਅਤੇ ਡਾਂਟਣੇ ਵਾਲੇ ਨੂੰ ਮਾਂ-ਬਾਪ ਜਿਲੇ ਡਾਂਟਦਾ ਹੈ ਬੱਚੇ ਨੂੰ, ਉਸ ਵੇਲੇ ਵੀ ਬੱਚੇ ਉਹਨੂੰ ਸਹੀ ਨਹੀਂ ਸਮਝਦੇ। ਜਿਲੇ ਡਾਂਟ ਰਿਹਾ ਹੁੰਦਾ ਹੈ ਜਾਂ ਸਮਝਾ ਰਿਹਾ ਹੁੰਦਾ ਹੈ, ਉਹ ਸਹੀ ਥੋੜ੍ਹੀ ਸਮਝਦੇ ਆ। ਅਤੇ ਇਸ ਤਰੀਕੇ ਨਾਲ ਹੀ ਸਾਡਾ ਜਿਹੜਾ ਅਕਸ ਆ, ਉਹ ਸਾਡੇ ਤਾਂ ਕਈ ਐਕਟਾਂ ਦੇ ਵਿੱਚ ਵੀ ਲਿਖਿਆ ਹੋਇਆ, ਸਾਡਾ ਜੁਵੇਨਾਈਲ ਐਕਟ ਦੇ ਵਿੱਚ ਲਿਖਿਆ ਹੋਇਆ ਪੁਲਿਸ ਵਰਦੀ ਪਾ ਕੇ ਬੱਚਿਆਂ ਕੋਲ ਨਹੀਂ ਜਾਏਗੀ। ਇਟ ਇਜ਼ ਸੋ ਮੈਨੀ ਥਿੰਗਸ ਆਰ ਦੇਅਰ। ਸਾਡੇ ਡਰ ਦੇ ਬਹੁਤ ਕਾਰਨ ਆ। ਸਾਡੇ ਪੁਲਿਸ ਦੇ ਜਿਹੜਾ ਸਾਨੂੰ ਠੀਕ ਨਹੀਂ ਸਮਝਦੇ, ਇਹਦੇ ਬਹੁਤ ਸਾਰੇ ਕਾਰਨ ਆ, ਇੱਕ ਕਾਰਨ ਨਹੀਂ ਹੈ। ਇਹ ਬਹੁਤ ਸਾਰੇ ਕਾਰਨਾਂ 'ਤੇ ਅਸੀਂ ਕੰਮ ਵੀ ਕਰ ਰਹੇ ਹਾਂ, ਪੁਲਿਸ ਕੰਮ ਕਰ ਰਹੀ ਹੈ। ਚੰਡੀਗੜ੍ਹ ਪੁਲਿਸ ਇਜ਼ ਡੂਇੰਗ ਬੈਟਰ ਐਂਡ ਬੈਸਟ। ਐਂਡ ਸਾਡੀਆਂ ਟ੍ਰੇਨਿੰਗਸ ਹੁੰਦੀਆਂ ਨੇ ਜੈਂਡਰ ਸੈਂਸੇਸ਼ਨ ਦੀਆਂ, ਰੋਡ ਡੇ ਟੂ ਡੇ ਲਾਈਫ ਦੀਆਂ। ਅਸੀਂ ਸੀਨੀਅਰ ਸਿਟੀਜ਼ਨ ਨੂੰ ਮਿਲਦੇ ਹਾਂ, ਅਤੇ ਸਮ ਪੀਪਲ ਆਰ ਡੂਇੰਗ ਵੈਰੀ ਗੁੱਡ ਇਨ ਦਾ ਪੁਲਿਸ। ਐਂਡ ਮੈਂ ਇਹ ਗੱਲ ਤੁਹਾਡੀ ਮੰਨਦਾ ਕਿ ਸਮਾਜ ਵਿੱਚ ਹਾਲੇ ਸਾਡਾ ਵਖਰੇਵਾਂ ਹੈ, ਪਰ ਵੀ ਆਰ ਵਰਕਿੰਗ ਔਨ ਇਟ। ਜਿਹੜੇ ਬੱਚਿਆਂ ਨੂੰ ਤੁਸੀਂ ਪੜ੍ਹਾ ਰਹੇ ਹੋ, ਫਿਊਚਰ ਵਿੱਚ ਉਹਨਾਂ ਨੂੰ ਕਿੱਥੇ ਦੇਖਣਾ ਚਾਹੋਗੇ? ਮੈਂ ਉਹਨਾਂ ਨੂੰ ਅੱਜ ਵੀ ਦੱਸਦਾ, ਹਰ ਵੇਲੇ ਦੱਸਦਾ ਕਿ ਐਜੂਕੇਸ਼ਨ ਨੇ ਤੁਹਾਨੂੰ ਸਟੇਟਸ ਦੇਣਾ ਹੈ, ਇਹਨੇ ਤੁਹਾਨੂੰ ਇੱਜ਼ਤ ਦੇਣੀ ਹੈ, ਇਹਨੇ ਤੁਹਾਡੀ ਜ਼ਿੰਦਗੀ ਦਾ ਪਲੇਟਫਾਰਮ ਤੈਅ ਕਰ ਦੇਣਾ ਹੈ, ਅਤੇ ਤੁਸੀਂ ਕਿੱਡੇ ਕੋ ਇਹਨੇ ਫਿਕਸ ਕਰਨਾ ਹੈ। ਅਤੇ ਇਹਨੂੰ ਛੱਡਿਓ ਨਾ, ਇਹਨੂੰ ਵਿੱਚ ਨਾ ਛੱਡਿਓ। ਡਰੋਪ ਆਊਟ ਰੇਟ ਘਟਾਉਣ 'ਤੇ ਮੈਂ ਬਹੁਤ ਜ਼ਿਆਦਾ ਜ਼ੋਰ ਲਾਇਆ ਹੋਇਆ। 5 ਤਰ੍ਹਾਂ ਦੇ ਪ੍ਰੋਗਰਾਮ ਕਰਦਾ, ਸਾਰੇ ਦੇ ਸਾਰੇ ਮੇਰਾ ਜ਼ੋਰ ਲੱਗਾ ਹੋਇਆ ਕਿ ਕਿਸੇ ਨਾ ਕਿਸੇ ਤਰ੍ਹਾਂ ਗੌਰਮੈਂਟ ਸਕੂਲਾਂ ਦਾ ਡਰੋਪ ਆਊਟ ਰੇਟ ਘੱਟ ਜਾਏ। ਬੱਚੇ ਸਕੂਲ 'ਚੋਂ ਡਰੋਪ ਆਊਟ ਨਾ ਕਰਨ, ਉਹ ਕਾਲਜਾਂ ਤੱਕ ਜਾਣ, ਉਹ ਕਾਲਜਾਂ ਤੋਂ ਉੱਪਰ ਆਪਣਾ ਰਿਸਰਚ ਲੈਵਲ ਤੱਕ ਜਾਣ। ਜਦੋਂ ਉੱਥੇ ਤੱਕ ਬੰਦਾ ਚਲੇ ਜਾਂਦਾ, ਮਨੁੱਖ ਚਲੇ ਜਾਂਦਾ, ਅਤੇ ਉਹਨੂੰ ਅਕਲ ਜਿਹੀ ਆਉਣੀ ਸ਼ੁਰੂ ਹੋ ਜਾਂਦੀ ਹੈ ਵੀ ਦੁਨੀਆ ਕਿੱਥੇ ਖੜੀ ਆ। ਉਹ ਦੇਖਣਾ, ਉਹਦੇ ਕੋਲ ਇੱਕ ਐਨਕ ਆ ਜਾਂਦੀ, ਆਈਨਾ ਆ ਜਾਂਦਾ ਹੈ। ਉਹ ਦੁਨੀਆ ਨੂੰ ਨਾਪਣਾ ਸ਼ੁਰੂ ਕਰ ਦਿੰਦਾ, ਦੁਨੀਆ ਦੇ ਨਾਪ ਤੋਲ ਦਾ ਪੈਮਾਨਾ ਉਹਨੂੰ ਪਤਾ ਲੱਗ ਜਾਂਦਾ ਹੈ। ਫਿਰ ਉਹ ਚੰਗੇ ਮਾੜੇ ਦੀ ਪਛਾਣ ਕਰਨ ਤੋਂ ਬਾਅਦ ਆਪਣੇ ਜ਼ਿੰਦਗੀ ਲੁਤਫ ਨਾਲ ਜੀਂਦਾ, ਜਿੱਦਾਂ ਉਹ ਚਾਹੁੰਦਾ, ਜਿੱਦਾਂ ਹੋਣਾ ਚਾਹੀਦਾ ਇਨਸਾਨ ਨੂੰ। ਫਿਰ ਉਹ ਬਾਬੇ ਨਾਨਕ ਦੀਆਂ ਗੱਲਾਂ ਨੂੰ ਸਮਝਣ ਜੋਗਾ ਹੋ ਜਾਂਦਾ ਹੈ, ਬੁੱਧ, ਮੁਹੰਮਦ, ਸਾਰਿਆਂ ਦੀਆਂ ਗੱਲਾਂ ਨੂੰ ਸਮਝਣ ਜੋਗਾ ਹੋ ਜਾਂਦਾ ਹੈ। ਫਿਰ ਉਹਨੂੰ ਕਬੀਰ ਸਮਝਾਉਣ ਲੱਗ ਜਾਂਦਾ, ਉਹਨੂੰ ਪਤਾ ਲੱਗ ਜਾਂਦਾ ਵੀ ਇਹ ਜਿਹੜੇ ਭਾਈ ਅਰਥ ਕਰਦੇ ਨੇ ਇਹ ਝੂਠੇ ਨੇ ਕਿ ਸੱਚੇ ਨੇ, ਇਹ ਜਿਹੜਾ ਪੰਡਿਤ ਬੋਲ ਰਿਹਾ, ਅਰਥ ਕਰ ਰਿਹਾ ਗੀਤਾ ਦੇ, ਸੱਚੇ ਨੇ ਕਿ ਝੂਠੇ ਨੇ। ਪਰ ਰਿਸਰਚ ਲੈਵਲ ਤੱਕ ਪੜ੍ਹਨਾ ਚਾਹੀਦਾ ਹੈ। ਰਿਸਰਚ ਲੈਵਲ ਤੱਕ ਪੜ੍ਹਾਈ ਹੀ ਤੁਹਾਨੂੰ ਅਸਲੀ ਇਨਸਾਨ ਦੇ ਕਲਚਰ ਤੱਕ ਖਿੱਚਦੀ ਆ। ਸੋ ਆਈ ਐਕਸਪੈਕਟ ਫਰੋਮ ਦੀਜ਼ ਕਿਡਸ ਐਂਡ ਆਈ ਐਮ ਜਸਟ ਪੁਟਿੰਗ ਇਨ, ਵੀ ਮੈਂ ਇਹੀ ਬਾਰ ਇਹਨਾਂ ਨੂੰ ਕਹਿ ਰਿਹਾ ਵੀ ਐਜੂਕੇਸ਼ਨ ਨੇ ਬਚਾਉਣਾ ਤੁਹਾਨੂੰ। ਮੈਨੂੰ ਵੀ ਜ਼ਿੰਦਗੀ ਐਜੂਕੇਸ਼ਨ ਨੇ ਦਿੱਤੀ ਆ। ਮੈਂ UNO ਤੱਕ ਗਿਆ ਐਜੂਕੇਸ਼ਨ ਕਰਕੇ, ਮੈਂ ਪਿੰਡ 'ਚੋਂ ਆਇਆ ਐਜੂਕੇਸ਼ਨ ਕਰਕੇ, ਮੈਂ ਸੋਹਣੇ ਸ਼ਹਿਰ 'ਚ ਰਹਿਣਾ ਐਜੂਕੇਸ਼ਨ ਕਰਕੇ, ਮੈਂ ਆਹ ਗੱਲਾਂ ਕਰ ਰਿਹਾ ਤੁਹਾਡੇ ਨਾਲ ਐਜੂਕੇਸ਼ਨ ਕਰਕੇ। ਅਤੇ ਇਸ ਕਰਕੇ ਐਜੂਕੇਸ਼ਨ ਨੂੰ ਛੱਡਿਓ ਨਾ, ਇਹਨੂੰ ਭੁੱਲਿਓ ਨਾ। ਇਹ ਜਿੱਦਾਂ ਮਰਜ਼ੀ, ਜਿਵੇਂ ਹਾਲਾਤਾਂ 'ਚੋਂ ਉਵੇਂ ਹਾਲਾਤਾਂ 'ਚ ਰਹੋ, ਪਰ ਇਹ ਪੜ੍ਹਾਈ ਦਾ ਖਹਿੜਾ ਨਾ ਛੱਡੋ। ਜੇ ਸੋਹਣੇ ਬਣਨਾ ਹੈ, ਜੇ ਬੀਬੇ ਬਣਨਾ ਹੈ, ਜੇ ਚੰਗੇ ਬਣਨਾ ਹੈ, ਜੇ ਆਲੇ ਦੁਆਲੇ ਨੂੰ ਚੰਗਾ ਬਣਾਉਣਾ ਹੈ, ਕਿਉਂਕਿ ਇੱਕ ਇੱਕ ਕਰਕੇ ਹੀ ਸੁਧਰਨਾ ਹੈ। ਸਾਰੇ ਗਰੁੱਪ ਨੂੰ ਅਸੀਂ ਸੁਧਾਰ ਨਹੀਂ ਸਕਦੇ। 1 by 1 ਜਦੋਂ ਅਸੀਂ ਚੰਗੇ ਹੋ ਜਾਵਾਂਗੇ, ਸਾਰੇ ਚੰਗੇ ਹੋ ਜਾਣਗੇ। ਦਿਸ ਇਜ਼ ਦਾ ਮੈਥਡ। ਜਿਹੜੇ ਲੋਕ ਛੋਟੀਆਂ ਗੱਲਾਂ ਤੋਂ ਹਾਰ ਮੰਨ ਲੈਂਦੇ ਨੇ, ਉਹਨਾਂ ਲਈ ਕੀ ਮੈਸੇਜ ਦੇਣਾ ਚਾਹੋਗੇ? ਮੈਂ ਮੈਸੇਜ ਤਾਂ ਨਹੀਂ ਕਿਸੇ ਨੂੰ ਦੇਣਾ ਚਾਹੁੰਦਾ, ਕੁਛ ਵੀ ਆਪਣੇ ਆਪ ਨੂੰ ਮੈਸੇਜ ਦੇਣਾ ਚਾਹੁੰਦਾ। ਆਪਣਾ ਆਪ ਹੀ ਇਨਰ ਸੈਂਸ ਅਵੇਅਰਨੈਸ ਮੇਰਾ ਇਹਦਾ ਮਿਸ਼ਨ ਦਾ ਨਾਂ ਹੈਗਾ। ਮਿਸ਼ਨ ਅੱਖਰ ਮੈਂ UNO ਤੋਂ ਲਿਆ। UNO ਜਿਹੜਾ ਵੀ ਕੰਮ ਕਰਦੀ ਹੈ ਉਹ ਮਿਸ਼ਨ ਦੀ ਤਰ੍ਹਾਂ ਕਰਦੀ ਹੈ, ਅਤੇ ਮੈਂ ਇਹਨਾਂ ਅੱਖਰਾਂ ਨੂੰ ਹੀ ਐਕਸਪਲੇਨ ਕਰਾਂਗਾ ਤੁਹਾਡੇ ਲਈ ਵੀ, ਤੁਹਾਡੇ ਵਿਊਅਰ ਲਈ ਵੀ, ਕਿ ਮਿਸ਼ਨ ਦੀ ਤਰ੍ਹਾਂ ਕਰੋ ਕੰਮ ਨੂੰ। ਜਿਵੇਂ ਕੋਈ ਨਵਾਂ
ਕੰਮ ਆ ਗਿਆ ਹੋਵੇ ਤੁਹਾਡੇ ਕੋਲੇ, ਮਰਨ ਤੋਂ ਪਹਿਲਾਂ ਪਹਿਲਾਂ ਹੀ ਤੁਸੀਂ ਕਰ ਸਕਦੇ ਹੋ, ਉਸ ਤੋਂ ਬਾਅਦ ਹਨੇਰਾ ਹੈ। ਔਰ ਉਸ ਤੋਂ ਬਾਅਦ ਦੇ ਗੱਲਾਂ ਤੇ ਦੁਨੀਆ ਧੋਖੇ ਵੀ ਕਰ ਰਹੀ ਆ। ਇਹ ਮਜ਼ਹਬ ਬਹੁਤ ਧੋਖੇ ਕਰ ਰਹੇ ਨੇ ਇਸ ਮਾਮਲੇ 'ਚ, ਤੁਹਾਡੇ ਪਿਛਲੇ ਜਨਮਾਂ ਨੂੰ ਲੈ ਕੇ ਔਰ ਤੁਹਾਡੇ ਅਗਲੇ ਜਨਮਾਂ ਨੂੰ ਲੈ ਕੇ। ਫਰਸਟ੍ਰੇਸ਼ਨ ਨੂੰ ਐਨਾਲਾਈਜ਼ ਕਰੋ, ਜੇ ਆ ਗਈ ਆ, ਜੇ ਹੋ ਗਿਆ ਤੁਹਾਡੇ ਨਾਲ, ਉਹਨੂੰ ਐਨਾਲਾਈਜ਼ ਕਰੋ। ਐਨਾਲਿਜ਼ਮ ਇਜ਼ ਏ ਬੈਸਟ ਪਾਲਿਸੀ। ਜਦੋਂ ਤੁਸੀਂ ਮੰਨ ਲਿਆ ਕਿ ਮੈਂ ਅਪਾਹਜ ਹਾਂ, ਅਤੇ ਫਿਰ ਤੁਸੀਂ ਉਹਦੇ ਉਪਾਅ ਲੱਭਣੇ ਸ਼ੁਰੂ ਕਰੋਗੇ। ਜਦੋਂ ਤੁਹਾਨੂੰ ਪਤਾ ਲੱਗ ਗਿਆ ਨਾ, ਤੁਹਾਡੇ ਮਨ ਨੇ ਮੰਨ ਲਿਆ, ਤੁਹਾਡੇ ਦਿਮਾਗ ਨੇ ਤੁਹਾਨੂੰ ਸਮਝਾ ਦਿੱਤਾ ਕਿ ਤੁਸੀਂ ਫਰਸਟ੍ਰੇਟ ਹੋ, ਫਿਰ ਦਵਾਈ ਖਾਣ ਲੱਗੋਗੇ ਔਰ ਸੋਹਣੇ ਹੋ ਜਾਓਗੇ। ਫਿਰ ਤੁਸੀਂ ਉੱਤੇ ਕੰਮ ਕਰਨ ਲੱਗੋਗੇ, ਉਹਦੇ ਹੱਲ ਲੱਭ ਲਓਗੇ। ਪਰ ਸਭ ਤੋਂ ਪਹਿਲਾਂ ਜ਼ਰੂਰੀ ਆ ਕਿ ਬਿਮਾਰ ਬੰਦੇ ਦਾ ਇਹ ਮੰਨ ਲੈਣਾ ਕਿ ਮੈਂ ਬਿਮਾਰ ਹਾਂ, ਸਾਈਕੋਲੋਜੀਕਲੀ ਫਰਸਟ੍ਰੇਸ਼ਨ ਹੈ ਮੈਨੂੰ, ਕੀ ਆ ਉਹਦਾ ਹੱਲ। ਫਿਰ ਉਹ ਤਾਂ ਹੀ ਲੱਭ ਪਾਏਗਾ ਜੇ ਉਹ ਮੰਨ ਲਏਗਾ। ਫਸਟ ਐਡਮਿਟ ਇਟ, ਐਡਮਿਟ ਯੂਰ ਫਾਲਟ, then just work on it. You will be the winner and you will top the world. There is no limit. So ਆਨੰਦ ਵੱਲ ਨੂੰ ਵਧੋ, ਆਨੰਦ ਦੀਆਂ ਗੱਲਾਂ ਨੂੰ ਲੱਭੋ, ਆਨੰਦ ਲਈ ਕਰਮ ਕਰੋ, ਤਾਂ ਇਟ ਵਿਲ ਗਿਵ ਯੂ ਮੋਸਟ ਐਂਡ ਮੋਸਟ ਪਾਵਰਫੁਲ ਸੈਂਸ ਫੀਲਿੰਗ ਦੇਗਾ ਤੁਹਾਨੂੰ ਇਹ। ਜਦੋਂ ਤੁਸੀਂ ਆਨੰਦ ਦੀਆਂ ਕੋਸ਼ਿਸ਼ਾਂ, ਦੂਸਰੇ ਨੂੰ ਆਨੰਦ ਦੇਣ ਦੀ ਕੋਸ਼ਿਸ਼ ਕਰੋਗੇ, ਯੂ ਵਿਲ ਲਿਵ ਏ ਵੈਰੀ ਵੈਰੀ ਪ੍ਰੋਸਪਰਸ ਲਾਈਫ। ਬਹੁਤ ਅੱਛਾ ਲੱਗੇਗਾ ਤੁਹਾਨੂੰ। ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ। ਥੈਂਕ ਯੂ ਪੁੱਤਰ, ਥੈਂਕ ਯੂ ਪਵਨ, ਥੈਂਕ ਯੂ ਕੈਮਰੇ ਵਾਲੇ ਦਾ ਵੀ, ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ। ਥੈਂਕ ਯੂ ਵੈਰੀ ਮਚ। ਉਮੀਦ ਹੈ ਕਿ ਇਸ ਇੰਟਰਵਿਊ ਨਾਲ ਤੁਹਾਨੂੰ ਉਤਸ਼ਾਹ ਜ਼ਰੂਰ ਮਿਲੇਗਾ ਤੇ ਵਿੱਦਿਆ ਦਾ ਪੱਲਾ ਕਦੇ ਵੀ ਨਾ ਛੱਡਿਓ। ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਮੈਂ ਪਵਨਪ੍ਰੀਤ ਕੌਰ, ਅੱਖਰ ਦੇ ਲਈ।